ਯੁਵਾਨੀ ਦੇ ਪ੍ਰੋਗਰਾਮ ਨਵੀਂ ਦਿਸ਼ਾ 'ਚ ਤੁਹਾਡਾ ਸਵਾਗਤ ਹੈ। ਮੈਂ ਪ੍ਰਤਿਸ਼ਠਾ ਜੈਨ। ਮੈਂ ਇਸ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਆਪਣੇ ਬਚਪਨ ਦੀ ਇੱਕ ਗੱਲ ਯਾਦ ਕਰਦੀ ਹਾਂ। ਜਦੋਂ ਮੈਂ 10ਵੀਂ 'ਚ ਪੜ੍ਹਦੀ ਸੀ ਤਾਂ ਸਾਡੇ ਇੱਕ ਮੈਡਮ ਹੁੰਦੇ ਸੀ ਤੇ ਉਹ ਕਹਿੰਦੇ ਸੀ ਕਿ ਜਦੋਂ ਤੁਸੀਂ 10ਵੀਂ ਕਰ ਲਓਗੇ ਤਾਂ ਤੁਸੀਂ ਕਿਹੜੀ ਸਟਰੀਮ ਦੇ ਵਿੱਚ ਜਾਣਾ ਚਾਹੋਗੇ। ਤਾਂ ਉਦੋਂ ਉਹ ਬਲੈਕ ਬੋਰਡ ਦੇ ਉੱਪਰ ਇੱਕ ਚੌਰਾਹਾ ਬਣਾਉਂਦੇ ਹੁੰਦੇ ਸੀ ਜਿਹਦੇ ਵਿੱਚੋਂ ਚਾਰ ਦਿਸ਼ਾ ਸਾਨੂੰ ਦਿੰਦੇ ਸੀ ਕਿ ਇੱਕ ਸਾਇੰਸ ਦੀ ਦਿਸ਼ਾ ਹੈ, ਇੱਕ ਕਾਮਰਸ ਦੀ ਹੈ, ਇੱਕ ਨਾਨ ਮੈਡੀਕਲ ਦੀ ਹੈ, ਇੱਕ ਆਰਟਸ ਦੀ ਹੈ। ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੱਦਾਂ ਨਹੀਂ ਹੈ। ਅੱਜ ਕੱਲ੍ਹ ਬੱਚਿਆਂ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈ ਜਿਹਦੇ ਵਿੱਚ ਉਹ ਆਪਣੇ ਕਰੀਅਰ ਐਕਸਪਲੋਰ ਕਰ ਸਕਦੇ ਆ। ਇਸੇ ਵਿਸ਼ੇ 'ਤੇ ਸਾਨੂੰ ਜਾਣਕਾਰੀ ਦੇਣ ਆਏ ਹੈ ਡਾਕਟਰ ਅਜੇ ਸਰੀਨ, HMV ਕਾਲਜ ਦੇ ਪ੍ਰਿੰਸੀਪਲ। ਸਵਾਗਤ ਹੈ ਮੈਮ ਤੁਹਾਡਾ ਸਾਡੇ ਸਟੂਡੀਓਜ਼ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਪ੍ਰਤਿਸ਼ਠਾ ਜੀ, ਅੱਜ ਇਸ ਬਹੁਤ ਹੀ ਇੰਪੋਰਟੈਂਟ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ, ਮੈਨੂੰ ਇੱਥੇ ਸੱਦਾ ਦੇਣ ਲਈ। ਮੈਮ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਜਦੋਂ ਬੱਚੇ 10ਵੀਂ ਕਰਦੇ ਆ ਉਦੋਂ ਹੀ ਉਹਨਾਂ ਕੋਲ ਸਟਰੀਮਸ ਚੂਜ਼ ਕਰਨ ਦੀ ਚੁਆਇਸ ਹੁੰਦੀ ਹੈ, ਤਾਂ ਉਦੋਂ ਬੱਚਿਆਂ ਨੂੰ ਕੀ ਸੋਚ ਕੇ ਆਪਣੀ ਸਟਰੀਮ ਚੂਜ਼ ਕਰਨੀ ਚਾਹੀਦੀ ਹੈ। ਪ੍ਰਤਿਸ਼ਠਾ, ਤੁਸੀਂ ਇੱਕ ਬਹੁਤ ਅੱਛੇ ਕਹਾਣੀ ਤੋਂ ਜਿਹੜੀ ਹੈ ਉਹ ਗੱਲ ਸ਼ੁਰੂ ਕੀਤੀ, ਔਰ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਾਂਗੀ ਕਿ ਅੱਜ ਉਸ ਚੁਰਾਹੇ ਦੇ ਵਿੱਚ 4 ਰਸਤੇ ਨਹੀਂ ਹੈ, ਬਲਕਿ ਮੈਨੂੰ ਲੱਗਦਾ ਹੈ ਕਿ ਹਰ ਕਦਮ ਦੇ ਉੱਤੇ ਬੱਚਿਆਂ ਲਈ ਇੱਕ ਰਸਤਾ ਹੈ। ਔਰ ਇਹ ਉਹ ਵੀ ਸਮੇਂ ਨਹੀਂ ਰਿਹਾ ਕਿ ਜਦੋਂ ਅੱਜ ਦਾ ਬੱਚਾ ਜਿਹੜਾ ਹੈ ਉਹ 10ਵੀਂ ਤੋਂ ਬਾਅਦ ਹੀ ਆਪਣੀ ਸਟਰੀਮ ਦੇ ਬਾਰੇ 'ਚ ਕੌਨਸ਼ੀਅਸ ਹੁੰਦਾ ਹੈ ਜਾਂ ਡਿਸਾਈਡ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਇਹਦੀ ਨੀਂਹ ਜਿਹੜੀ ਹੈ ਉਹ 7ਵੀਂ 8ਵੀਂ ਤੋਂ ਹੀ ਉਹਦੇ ਦਿਮਾਗ ਦੇ ਵਿੱਚ ਬਣਨੀ ਸ਼ੁਰੂ ਹੋ ਜਾਂਦੀ ਹੈ, ਜਦੋਂ ਉਹ ਆਪਣੇ ਆਪ ਨੂੰ ਇੱਕ ਪਰਟੀਕੂਲਰ ਚੀਜ਼ ਲਈ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਨੇ। ਲੇਕਿਨ ਇਹਦੇ ਨਾਲ ਹੀ ਨਾਲ ਬਹੁਤ ਸਾਰੇ ਐਗਜ਼ਾਮਪਲ ਸਾਡੇ ਕੋਲ ਇਹੋ ਜਿਹੇ ਵੀ ਆਉਂਦੇ ਨੇ ਕਿ ਜਿਹੜੀ ਨੀਂਹ ਅਸੀਂ ਪਹਿਲਾਂ ਇੱਕ ਇੱਟ ਰੱਖੀ ਹੁੰਦੀ ਹੈ, ਸਾਲ 2 ਸਾਲ ਬਾਅਦ ਅਸੀਂ ਉਸ ਇੱਟ ਨੂੰ ਬਦਲ ਕੇ ਆਪਣਾ ਚੁਣਾਵ ਜਿਹੜਾ ਹੈ ਉਹਦੇ ਵਿੱਚ ਵੀ ਪਰਿਵਰਤਨ ਕਰ ਲੈਂਦੇ ਹਾਂ। ਸੋ ਇਹ ਬੜੀ ਚੰਗੀ ਗੱਲ ਹੈ ਸਾਡੇ ਬੱਚਿਆਂ ਲਈ ਕਿ ਅੱਜ ਉਹਨਾਂ ਨੂੰ ਅਸੀਂ ਇੰਨੇ ਕੁ ਪੋਰਟਫੋਲੀਓਜ਼ ਦੇ ਰਹੇ ਹਾਂ, ਇੰਨਾ ਕੁ ਅਸੀਂ ਉਹਨਾਂ ਨੂੰ ਖੁੱਲ੍ਹਾਪਨ ਦੇ ਰਹੇ ਹਾਂ ਤਾਂ ਕਿ ਉਹ ਆਪਣੀ ਵਿਚਾਰ ਨੂੰ, ਉਹ ਆਪਣੇ ਲਕਸ਼ ਨੂੰ ਬਹੁਤ ਸੋਚ ਸਮਝ ਕੇ ਚੁਣਨ, ਔਰ ਇੱਕ ਵਾਰੀ ਜਦੋਂ ਉਹ ਚੁਣ ਲੈਣ ਤੇ ਫਿਰ ਉਹਦੇ ਉੱਤੇ ਫੋਕਸ ਹੋ ਕੇ ਉਹਨੂੰ ਪ੍ਰਾਪਤ ਕਰਨ ਲਈ ਉਹ ਯਤਨ ਕਰਨ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਰਹਲਾ ਹਾਸਿਲ ਕਰ ਸਕਣ। ਜਿੱਦਾਂ ਮੈਮ ਤੁਸੀਂ ਦੱਸਿਆ ਕਿ ਬਹੁਤ ਸਾਰੇ ਬੱਚੇ ਆ ਜਿਹੜੇ ਕਿ ਪਹਿਲਾਂ ਇੱਕ ਡਿਸਾਈਡ ਕਰ ਲੈਂਦੇ ਆ ਆਪਣੀ ਸਟਰੀਮ ਨੂੰ, ਬਾਅਦ 'ਚੋਂ ਆਪਣੀ ਸਟਰੀਮ ਚੇਂਜ ਕਰ ਲੈਂਦੇ ਆ। ਪਰ ਅੱਜ ਕੱਲ੍ਹ ਬਹੁਤ ਸਾਰੇ ਕੋਰਸਿਸ ਇੱਦਾਂ ਦੇ ਆ ਕਿ ਜਦੋਂ ਤੁਸੀਂ ਆਪਣੀ ਸਟਰੀਮ ਡਿਸਾਈਡ ਕਰਨ ਤੋਂ ਬਾਅਦ ਦੂਸਰੀ ਸਟਰੀਮ ਦੇ ਵਿੱਚ ਜਾਂਦੇ ਹੋ ਫਿਰ ਵੀ ਤੁਸੀਂ ਸਕਸੈਸ ਹਾਸਿਲ ਕਰ ਸਕਦੇ ਹੋ। ਤੁਸੀਂ ਉਹਨਾਂ ਕੋਰਸਿਸ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਯੈਸ, ਮੈਂ ਇਹ ਵੀ ਦੱਸਾਂਗੀ ਤੁਹਾਨੂੰ ਕਿ ਐਂਟਰੀ ਔਰ ਐਗਜ਼ਿਟ ਦੀਆਂ ਜਿਹੜੀਆਂ ਆਪਸ਼ਨਸ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਆਈਆਂ ਹੈ, ਉਹਦੇ ਵਿੱਚ ਸਰਕਾਰ ਨੇ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੱਤੀ ਹੈ ਕਿ ਜੇ ਇੱਕ ਬੱਚਾ ਇੱਕ ਕੋਰਸ ਕਰਦਾ ਹੈ ਔਰ ਪਹਿਲੇ ਸਾਲ ਤੋਂ ਬਾਅਦ ਉਹਨੂੰ ਇਹ ਲੱਗਦਾ ਹੈ ਕਿ ਕਿਸੇ ਕਾਰਨ, ਚਾਹੇ ਉਹਦੀ ਇੱਛਾ ਨਹੀਂ ਹੈ, ਚਾਹੇ ਉਹਦੀ ਰੁਚੀ ਨਹੀਂ ਹੈ, ਜਾਂ ਉਹਨੂੰ ਕੋਈ ਫਾਈਨੈਂਸ਼ੀਅਲ ਕੰਪਲਸ਼ਨਸ ਹੈ, ਜਾਂ ਉਹਦਾ ਕੋਈ ਹੋਰ ਰੀਜ਼ਨ ਹੋ ਜਾਂਦਾ ਹੈ, ਤੇ ਉਸ ਡਿਗਰੀ ਨੂੰ ਉਹ ਉੱਥੇ ਹੀ ਛੱਡ ਕੇ ਨਵੀਂ ਡਿਗਰੀ ਵਾਲੇ ਪਾਸੇ ਵੀ ਜਾ ਸਕਦਾ ਹੈ। ਇਹਦੇ ਨਾਲ ਹੀ ਨਾਲ ਇੱਕ ਡਿਗਰੀ ਹਾਸਲ ਕਰਦੇ ਕਰਦੇ ਉਹ ਜੇ ਉਹਦੇ ਨਾਲ ਕੋਈ ਐਡ ਔਨ ਡਿਗਰੀ ਹਾਸਲ ਕਰਨਾ ਚਾਹੁੰਦਾ ਹੈ ਤੇ ਉਹਦੀ ਵੀ ਪ੍ਰੋਵੀਜ਼ਨ ਜਿਹੜੀ ਹੈ ਉਹ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਰੱਖੀ ਗਈ ਹੈ। ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਵਿਸਤਾਰ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਪਹਿਲੇ ਵਾਲੇ ਪ੍ਰਸ਼ਨ ਦੇ ਉੱਤੇ ਦੁਬਾਰਾ ਆਵਾਂਗੀ ਕਿ ਜਦੋਂ ਇੱਕ ਬੱਚਾ 10th ਜਾਂ +2 ਤੋਂ ਬਾਅਦ ਆਪਣੀ ਸਟਰੀਮਸ ਨੂੰ ਚੂਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਕੀ ਚੀਜ਼ਾਂ ਜਿਹੜੀਆਂ ਉਹ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਔਰ ਕਿਹੜੀਆਂ ਚੀਜ਼ਾਂ ਉਹਨੂੰ ਅਵੋਇਡ ਕਰਨੀਆਂ ਚਾਹੀਦੀਆਂ। ਪਹਿਲਾਂ ਆਪਾਂ ਅਵੋਇਡ ਕਰਨ ਵਾਲੀ ਗੱਲ ਦੇ ਉੱਤੇ ਆਉਂਦੇ ਹਾਂ। ਜਦੋਂ ਬੱਚਾ ਆਪਣੇ ਕਰੀਅਰ ਦੇ ਬਾਰੇ ਕੋਈ ਵੀ ਡਿਸੀਜਨ ਲੈਂਦਾ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹਨੂੰ ਪੇਰੈਂਟਸ ਦੇ ਅਨਡਿਊ ਪ੍ਰੈਸ਼ਰ ਦੇ ਅੰਡਰ ਆ ਕੇ ਆਪਣੀ ਕਰੀਅਰ ਦੀ ਚੋਇਸ ਨਹੀਂ ਕਰਨੀ ਚਾਹੀਦੀ। ਨੰਬਰ 2, ਉਹਨੂੰ ਪੀਅਰ ਪ੍ਰੈਸ਼ਰ ਦੇ ਅੰਡਰ ਆ ਕੇ ਕਿ ਮੇਰਾ ਦੋਸਤ ਇਸ ਤਰ੍ਹਾਂ ਕਰ ਰਿਹਾ ਹੈ, ਮੇਰੀ ਸਹੇਲੀ ਇਸ ਤਰ੍ਹਾਂ ਕਰ ਰਹੀ ਹੈ ਤੇ ਮੈਂ ਵੀ ਇਹ ਸਬਜੈਕਟ ਲੈ ਲਾਂ, ਉਹਦੇ ਬਾਰੇ 'ਚ ਵੀ ਉਹਨੂੰ ਥੋੜ੍ਹਾ ਜਿਹਾ ਸੋਚਣਾ ਜ਼ਰੂਰ ਚਾਹੀਦਾ ਹੈ। ਤੀਸਰੀ ਚੀਜ਼ ਇੱਕ ਜ਼ਰੂਰ ਜਿਹੜੀ ਹੈ ਕਿ ਹਰ ਬੱਚੇ ਦੀ ਆਪਣੀ ਇੱਕ ਇੰਡੀਵਿਜੂਅਲਿਟੀ ਹੈ, ਉਹਨੂੰ ਆਪਣੇ ਕੈਲੀਬਰ ਦੇ ਬਾਰੇ 'ਚ ਵੀ ਪਤਾ ਹੁੰਦਾ ਹੈ ਔਰ ਉਹਨੂੰ ਆਪਣੀ ਲਾਈਕਸ ਔਰ ਡਿਸਲਾਈਕਸ ਦੇ ਬਾਰੇ ਵੀ ਪਤਾ ਹੁੰਦਾ ਹੈ। ਉਹਨੂੰ ਇਸ ਗੱਲ ਦਾ ਸਹੀ ਅੰਦਾਜ਼ਾ ਹੁੰਦਾ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦਾ ਹੈ। ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ 'ਚ ਰੱਖਦੇ ਹੋਏ ਬੱਚੇ ਨੂੰ ਆਪਣੇ ਕਰੀਅਰ ਦਾ ਚੁਣਾਵ ਕਰਨਾ ਚਾਹੀਦਾ। ਹੁਣ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨੂੰ ਹਾਂ ਕਰਨੀ ਚਾਹੀਦੀ ਹੈ ਜਾਂ ਉਹਦਾ ਪੋਜ਼ਿਟਿਵ ਵਿਚਾਰ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਹਾਡਾ ਝੁਕਾਓ ਕਿਸ ਚੀਜ਼ ਵੱਲ ਹੈ।
ਕਿਆ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਡੀਕਲ ਪ੍ਰੋਫੈਸ਼ਨ ਲਈ ਬਣੇ ਹੋ? ਕਿਆ ਤੁਸੀਂ ਸੋਚਦੇ ਹੋ ਕਿ ਤੁਸੀਂ ਕਾਮਰਸ ਦੇ ਵਿੱਚ ਜਾਣਾ ਹੈ? ਕਿਆ ਤੁਸੀਂ ਸੋਚਦੇ ਹੋ ਕਿ ਹਿਊਮੈਨਿਟੀਜ਼ ਵੱਲ ਜਾਣਾ ਹੈ? ਔਰ ਅੱਜ ਦੇ ਟਾਈਮ ਦੇ ਵਿੱਚ ਇੱਕ ਜਿਹੜੀ ਬਹੁਤ ਹੀ ਇੰਪੋਰਟੈਂਟ ਫੀਲਡ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਸਾਡੇ ਲਈ ਸਕਿੱਲ ਓਰੀਐਂਟਡ ਕੋਰਸਿਸ ਦੀ ਹੈ। ਇਹੀ ਫੀਲਡ ਕੁਝ ਸਾਲ ਪਹਿਲਾਂ ਕੰਪਿਊਟਰ ਦੀ ਮੰਨੀ ਜਾਂਦੀ ਸੀ, ਲੇਕਿਨ ਅੱਜ ਕੰਪਿਊਟਰ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਇੱਕ ਥੋੜ੍ਹੀ ਜਿਹੀ ਸਟੈਗਨੇਸ਼ਨ ਆ ਰਹੀ ਹੈ, ਔਰ ਜਿਹੜਾ ਇਸ ਵੇਲੇ ਦੌਰ ਹੈ ਉਹ ਸਕਿੱਲ ਓਰੀਐਂਟਡ ਕੋਰਸਿਸ ਦਾ ਦੌਰ ਹੈ। ਸਕਿੱਲ ਓਰੀਐਂਟਡ ਕੋਰਸਿਸ ਦੀ ਜਿਹੜੀ ਟਰਮ ਮੈਮ ਨੇ ਯੂਜ਼ ਕੀਤੀ ਹੈ, ਮੈਮ ਇਹਦੇ ਬਾਰੇ ਵਿਸਥਾਰ 'ਚ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਯੈਸ, ਇਹਦੇ ਬਾਰੇ 'ਚ ਮੈਂ ਵਿਸਥਾਰ ਨਾਲ ਦੱਸਣ ਤੋਂ ਪਹਿਲਾਂ ਇਹ ਕਵਾਂਗੀ ਕਿ ਇਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਉਪਰਾਲਾ ਹੈ, ਜਿਹਦੇ ਅੰਤਰਗਤ ਉਹਨਾਂ ਨੇ ਬਹੁਤ ਸਾਰੇ ਕਾਲਜਸ ਦੇ ਵਿੱਚ UGC ਦੇ ਮਾਧਿਅਮ ਦੇ ਨਾਲ ਕੌਸ਼ਲ ਕੇਂਦਰ ਐਸਟੈਬਲਿਸ਼ ਕੀਤੇ ਨੇ। ਕੌਸ਼ਲ ਕੇਂਦਰ, DDU ਕੌਸ਼ਲ ਕੇਂਦਰ, ਇਹਨੂੰ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸੈਂਟਰ ਦੇ ਅੰਡਰ ਜਿਹੜੇ ਪ੍ਰੋਗਰਾਮਸ ਕਰਾਏ ਜਾਂਦੇ ਨੇ, ਅਸੀਂ ਉਹਨਾਂ ਨੂੰ ਸਕਿੱਲ ਓਰੀਐਂਟਡ ਪ੍ਰੋਗਰਾਮਸ ਕਹਿੰਦੇ ਹਾਂ, ਜਿਨ੍ਹਾਂ ਦੇ ਵਿੱਚ MVOC ਮਤਲਬ ਮਾਸਟਰਸ ਆਫ ਵੋਕੇਸ਼ਨਲ ਪ੍ਰੋਗਰਾਮਸ ਵੀ ਨੇ, B ਵੋਕੇਸ਼ਨਲ ਪ੍ਰੋਗਰਾਮਸ ਵੀ ਨੇ, ਕਮਿਊਨਿਟੀ ਕਾਲਜ ਪ੍ਰੋਗਰਾਮਸ ਵੀ ਨੇ। ਇਹ ਦੂਸਰੇ ਕੋਰਸਿਸ ਨਾਲੋਂ ਕਿਸ ਤਰ੍ਹਾਂ ਅਲੱਗ ਨੇ? ਇਹਨਾਂ ਕੋਰਸਿਸ ਦੇ ਵਿੱਚ ਜੇ ਅਸੀਂ ਟ੍ਰੈਡੀਸ਼ਨਲ ਕੋਰਸਿਸ ਦੇ ਨਾਲ ਇਹਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਜਿਹੜਾ ਟ੍ਰੇਨਿੰਗ ਦਾ ਕੰਪੋਨੈਂਟ ਹੈ ਉਹ ਬਹੁਤ ਇੰਪੋਰਟੈਂਟ ਹੈ। ਇਹ ਹਰ ਕੋਰਸ ਦੇ ਲਾਸਟ ਸਮੈਸਟਰ ਦੇ ਵਿੱਚ ਤੁਹਾਨੂੰ ਇੰਡਸਟਰੀ ਦੇ ਵਿੱਚ ਲਿਜਾ ਕੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਹਨੂੰ ਅਸੀਂ ਹੈਂਡਸ ਔਨ ਟ੍ਰੇਨਿੰਗ ਕਹਿੰਦੇ ਹਾਂ। ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕੋਰਸ ਦੇ ਖਤਮ ਹੋਣ ਤੱਕ ਅਸੀਂ ਤੁਹਾਨੂੰ ਜੌਬ ਲਈ ਬਿਲਕੁਲ ਰੈਡੀ ਕਰ ਦਿੰਦੇ ਹਾਂ। ਦੂਸਰੀ ਇਹਦੇ 'ਚ ਜਿਹੜੀ ਇੱਕ ਇੰਪੋਰਟੈਂਟ ਚੀਜ਼ ਹੈ ਕਿ ਇਹਦੇ 'ਚ ਇੰਡਸਟਰੀ ਅਕੈਡਮੀਆਂ ਗੈਪ ਨੂੰ ਵੀ ਬ੍ਰਿਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਪੁਰਾਣੇ ਕੋਰਸਿਸ ਚੱਲਦੇ ਸੀ ਉਹਦੇ ਵਿੱਚ ਅਸੀਂ ਗ੍ਰੈਜੂਏਟਸ, ਪੋਸਟ ਗ੍ਰੈਜੂਏਟਸ ਪੈਦਾ ਕਰੀ ਜਾ ਰਹੇ ਹਾਂ, ਡਿਗਰੀਆਂ ਵੰਡੀ ਜਾ ਰਹੇ ਹਾਂ, ਲੇਕਿਨ ਉਹਨਾਂ ਦੀ ਐਬਜ਼ੌਰਪਸ਼ਨ ਜਿਹੜੀ ਹੈ ਉਹ ਕਮਿਊਨਿਟੀ ਦੇ ਵਿੱਚ ਨਹੀਂ ਹੈ, ਉਹ ਫੈਕਟਰੀਜ਼ ਦੇ ਵਿੱਚ ਨਹੀਂ ਹੈ, ਉਹ ਇੰਡਸਟਰੀ ਦੇ ਵਿੱਚ ਨਹੀਂ ਹੈ। ਲੇਕਿਨ ਇਹਨਾਂ ਕੋਰਸਿਸ ਦੇ ਅੰਡਰ ਅਸੀਂ ਉਹ ਗ੍ਰੈਜੂਏਟਸ, ਉਹ ਪੋਸਟ ਗ੍ਰੈਜੂਏਟਸ ਪ੍ਰੋਡਿਊਸ ਕਰ ਰਹੇ ਹਾਂ ਜਿਹੜੇ ਇੱਕਦਮ ਇੰਡਸਟਰੀ ਦੇ ਵਿੱਚ ਜਾ ਕੇ ਐਬਜ਼ੌਰਬ ਹੋ ਜਾਣਗੇ। ਮੰਨ ਲਓ ਅਸੀਂ ਲੈਦਰ ਇੰਡਸਟਰੀ ਦੀ ਗੱਲ ਕਰਦੇ ਹਾਂ ਜਾਂ ਫੈਸ਼ਨ ਇੰਡਸਟਰੀ ਦੀ ਗੱਲ ਕਰਦੇ ਹਾਂ, ਅਸੀਂ BVOC ਫੈਸ਼ਨ ਟੈਕਨੋਲੋਜੀ ਦੇ ਵਿੱਚ ਉਹ ਗ੍ਰੈਜੂਏਟ ਪੈਦਾ ਕਰਾਂਗੇ ਜਿਹੜਾ ਕਿ ਗ੍ਰੈਜੂਏਸ਼ਨ ਕਰਨ ਦੇ ਨਾਲ ਹੀ ਇੰਡਸਟਰੀ ਦੇ ਵਿੱਚ ਐਬਜ਼ੌਰਬ ਹੋ ਜਾਏਗਾ। 90% ਕੇਸਿਸ ਦੇ ਵਿੱਚ ਬੱਚੇ ਜਿਹੜੀਆਂ ਇੰਡਸਟਰੀਜ਼ ਦੇ ਵਿੱਚ ਜਾ ਕੇ ਟ੍ਰੇਨਿੰਗ ਲੈਂਦੇ ਨੇ, ਉਹੀ ਇੰਡਸਟਰੀ ਇਹਨਾਂ ਨੂੰ ਇਹਨਾਂ ਦੀ ਗ੍ਰੈਜੂਏਸ਼ਨ ਤੋਂ ਬਾਅਦ ਐਬਜ਼ੌਰਬ ਕਰ ਲੈਂਦੀ ਹੈ। ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ, ਜਦੋਂ ਤੁਸੀਂ ਇਸ ਤਰ੍ਹਾਂ ਦੀ ਟ੍ਰੇਨਿੰਗ ਲੈਂਦੇ ਹੋ, ਹੈਂਡਸ ਔਨ ਟ੍ਰੇਨਿੰਗ ਲੈਂਦੇ ਹੋ, ਤੇ ਜੇ ਕੱਲ ਨੂੰ ਤੁਸੀਂ ਆਪਣਾ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੇ ਹੋ, ਯੂ ਵਾਂਟ ਟੂ ਬੀ ਅ ਜੌਬ ਪ੍ਰੋਵਾਈਡਰ ਇਨਸਟੈਡ ਆਫ ਅ ਜੌਬ ਸੀਕਰ, ਤੁਸੀਂ ਚਾਹੁੰਦੇ ਹੋ ਕਿ ਮੇਰਾ ਆਪਣਾ ਛੋਟਾ ਜਿਹਾ ਸਟਾਰਟਅਪ ਹੋਏ ਜਿਹਦੇ 'ਚ 8 ਤੋਂ 10 15 ਲੋਕ ਜਿਹੜੇ ਉਹ ਕੰਮ ਕਰ ਰਹੇ ਹੋਣ, ਤਾਂ ਉਹਦੀ ਹੈਂਡਸ ਔਨ ਟ੍ਰੇਨਿੰਗ ਵੀ ਤੁਹਾਨੂੰ ਇਸ ਟ੍ਰੇਨਿੰਗ ਦੇ ਦੌਰਾਨ ਮਿਲ ਜਾਂਦੀ ਹੈ। ਔਰ ਫਿਰ ਜਦੋਂ ਤੁਸੀਂ ਇਹ ਗ੍ਰੈਜੂਏਸ਼ਨ ਦਾ ਕੋਰਸ ਕਰ ਲੈਂਦੇ ਹੋ ਤੇ ਜਿਹੜੇ ਕਾਲਜਸ ਦੇ ਵਿੱਚ ਕੌਸ਼ਲ ਕੇਂਦਰ ਹੈ, ਜਿਸ ਤਰ੍ਹਾਂ ਜੇ ਮੈਂ ਹੰਸਰਾਜ ਮਹਿਲਾ ਮਹਾਵਿਦਿਆਲੇ ਦੀ ਗੱਲ ਕਰਾਂ ਤੇ ਉੱਥੇ DDU ਕੌਸ਼ਲ ਕੇਂਦਰ ਹੈ, ਫਿਰ ਅਸੀਂ ਇੱਕ ਇਹੋ ਜਿਹੀ ਅਸਿਸਟੈਂਸ ਪ੍ਰੋਵਾਈਡ ਕਰਦੇ ਹਾਂ ਕਿ ਜਿਹਦੇ ਨਾਲ ਉਹ ਗ੍ਰੈਜੂਏਸ਼ਨ ਵਾਲੇ ਬੱਚੇ ਨੂੰ ਥੋੜੀ ਜਿਹੀ ਅਸੀਂ ਫਾਈਨੈਂਸ਼ੀਅਲਸ ਦੀ ਸਿੱਖਿਆ ਦੇ ਸਕੀਏ ਕਿ ਜੇ ਉਹਨੇ ਆਪਣਾ ਸੈਟਅਪ ਕਰਨਾ ਹੈ ਤੇ ਉਹਨੂੰ ਥੋੜੀ ਜਿਹੀ ਇਨਫੋਰਮੇਸ਼ਨ ਕਾਮਰਸ ਦੀ ਹੋਣੀ ਚਾਹੀਦੀ ਹੈ। ਜੇ ਉਹਨੇ ਕੋਈ ਚੀਜ਼ ਜਿਹੜੀ ਹੈ ਉਹ ਇੰਡਸਟਰੀਅਲ ਲੈਵਲ ਤੇ ਪ੍ਰੋਡਿਊਸ ਕਰਨੀ ਹੈ ਤਾਂ ਉਹਦੇ ਵਿੱਚ ਉਹਨੂੰ ਥੋੜੀ ਜਿਹੀ, ਜੇ ਕੋਈ ਕੈਮੀਕਲਸ ਦੀ ਗੱਲ ਹੈ ਤਾਂ ਉਹਨੂੰ ਕੈਮਿਸਟਰੀ ਦੀ ਨੌਲੇਜ ਵੀ ਹੋਣੀ ਚਾਹੀਦੀ ਹੈ। ਸੋ ਅਸੀਂ ਇਹ ਮਲਟੀ ਡਿਸਪਲਿਨਰੀ ਕੋਰਸਿਸ ਦੀ ਸਟਰਕਚਰ ਕਰਕੇ ਉਹ ਬੱਚੇ ਨੂੰ ਇਹੋ ਜਿਹੀ ਐਡਵਾਈਸ ਕਰਦੇ ਹਾਂ, ਇਹੋ ਜਿਹਾ ਉਹਨੂੰ ਇੱਕ ਖਾਕਾ ਬਣਾ ਕੇ ਦਿੰਦੇ ਹਾਂ ਕਿ ਉਹ ਇਮੀਡੀਏਟਲੀ ਗ੍ਰੈਜੂਏਸ਼ਨ ਤੋਂ ਬਾਅਦ ਆਪਣਾ ਸਟਾਰਟਅਪ ਸ਼ੁਰੂ ਕਰ ਸਕੇ। ਸੋ ਇਸ ਤਰੀਕੇ ਦੇ ਨਾਲ ਜਿਹੜੇ ਸਕਿੱਲ ਓਰੀਐਂਟਡ ਕੋਰਸਿਸ ਆ ਬੇਟਾ, ਉਹ ਦੂਸਰੇ ਕੋਰਸਿਸ ਨਾਲੋਂ ਡਿਫਰੈਂਟ ਹੈ, ਔਰ ਅਗਰ ਅੱਜ ਦੇ ਜ਼ਮਾਨੇ 'ਚ ਦੇਖਿਆ ਜਾਏ ਤਾਂ ਉਹਨਾਂ ਦਾ ਐਜ ਵੀ ਹੈ। ਲੇਕਿਨ ਜਿਹੜਾ ਮੈਂ ਕਿਹਾ, ਇੱਕ ਬੜੇ ਸੋਚ ਕੇ ਕਿਹਾ ਕਿ ਇਹਦੇ ਨਾਲ ਟ੍ਰੈਡੀਸ਼ਨਲ ਕੋਰਸਿਸ ਦੀ ਇੰਪੋਰਟੈਂਸ ਨੂੰ ਅਸੀਂ ਅੰਡਰਮਾਈਨ ਨਹੀਂ ਕਰ ਸਕਦੇ। ਕਿਉਂਕਿ ਜਿਹੜੇ ਟ੍ਰੈਡੀਸ਼ਨਲ ਸਬਜੈਕਟਸ ਨੇ, ਉਹਨਾਂ ਦੇ ਜਿਹੜੇ ਕੰਬੀਨੇਸ਼ਨਸ ਨੇ, ਉਹਨਾਂ ਦੀ ਜਿਹੜੀ ਪੜ੍ਹਾਈ ਹੈ, ਉਹ ਜਿੰਨੇ ਕੰਪੀਟੀਟਿਵ ਐਗਜ਼ਾਮਸ ਹੈ ਉਹਨਾਂ ਲਈ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਸਹੀ ਦੱਸਿਆ ਡਾਕਟਰ ਅਜੇ ਸਰੀਨ ਜੀ ਤੁਸੀਂ। ਪਰ
ਪਬਲਿਕ ਇਹਨਾਂ ਕੋਰਸਿਸ ਨੂੰ ਅਸੈਪਟ ਕਰ ਰਹੀ ਹੈ? ਜਿੱਦਾਂ ਕਿ ਸਾਡੀ ਗਵਰਨਮੈਂਟ ਆਫ ਇੰਡੀਆ ਸਟਾਰਟਅਪਸ ਬਾਰੇ ਜਾਂ ਐਂਟਰਪ੍ਰੈਨਿਓਰਸ਼ਿਪਸ ਬਾਰੇ ਬਹੁਤ ਸਾਰੇ ਪ੍ਰੋਗਰਾਮਸ ਲੈ ਕੇ ਆ ਰਹੀ ਹੈ, ਤੁਸੀਂ ਬਹੁਤ ਸਾਰੇ ਕੋਰਸਿਸ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸ ਰਹੇ ਹੋ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਇਹ ਚੋਇਸਿਸ ਦਿੰਦੇ ਆ ਕਿ ਤੁਸੀਂ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਕੋਰਸ ਕਰੋ, ਮੈਂਟਲ ਹੈਲਥ ਵੈਲਨੈਸ ਵਾਸਤੇ ਕੋਈ ਕੋਰਸ ਕਰੋ, ਮਲਟੀਮੀਡੀਆ 'ਚ ਕੋਈ ਕੋਰਸ ਕਰੋ, ਇੱਦਾਂ ਦੇ ਬੱਚੇ ਤੁਹਾਡੇ ਕੋਲ ਆਉਂਦੇ ਆ? ਯੈਸ, ਇਹ ਬਹੁਤ ਹੀ ਵਧੀਆ ਸਵਾਲ ਤੁਸੀਂ ਪੁੱਛਿਆ। ਔਰ ਇਸ ਵੇਲੇ ਮੈਨੂੰ ਇਸ ਗੱਲ ਦਾ ਬੜਾ ਮਾਣ ਹਾਸਿਲ ਹੈ ਕਿ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਵਿਚਾਰਾਂ ਦੀ ਤਬਦੀਲੀ ਹੈ ਉਹ ਬਹੁਤ ਤੇਜ਼ੀ ਦੇ ਨਾਲ ਆ ਰਹੀ ਹੈ। ਨੰਬਰ 1, ਅੱਜ ਲੜਕੇ ਲੜਕੀ ਦਾ ਜਿਹੜਾ ਭੇਦਭਾਵ ਸੀਗਾ ਕਿ ਕੁਝ ਕੋਰਸਿਸ ਸੋਚੇ ਜਾਂਦੇ ਸੀ ਕਿ ਇਹ ਲੜਕੀਆਂ ਹੀ ਕਰਨਗੀਆਂ, ਕੁਝ ਕੋਰਸਿਸ ਲੜਕੇ ਹੀ ਕਰਨਗੇ, ਉਹ ਭੇਦਭਾਵ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ। ਅੱਜ ਹਰ ਕੋਰਸ, ਚਾਹੇ ਉਹ ਮਲਟੀਮੀਡੀਆ ਦਾ ਕੋਰਸ ਹੈ, ਚਾਹੇ ਉਹ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਹੈ, ਚਾਹੇ ਉਹ ਹੋਮ ਸਾਇੰਸ ਦਾ ਕੋਰਸ ਹੈ, ਚਾਹੇ ਉਹ ਕਾਸਮੈਟੋਲੋਜੀ ਦਾ ਕੋਰਸ ਹੈ, ਚਾਹੇ ਉਹ ਮੈਂਟਲ ਹੈਲਥ ਵੈਲਨੈਸ ਦਾ ਕੋਰਸ ਹੈ, ਚਾਹੇ ਉਹ ਯੋਗਾ ਐਂਡ ਫਿਟਨੈਸ ਦਾ ਕੋਰਸ ਹੈ, ਇਹਨਾਂ ਕੋਰਸਿਸ ਦੇ ਵਿੱਚ ਸਾਡੇ ਕੋਲ ਇਕੁਅਲ ਨੰਬਰ ਆਫ ਕੈਂਡੀਡੇਟਸ ਜਿਹੜੇ ਹੈ ਉਹ ਮੇਲ ਔਰ ਫੀਮੇਲ ਆਉਂਦੇ ਆ। ਔਰ ਮੈਨੂੰ ਇਸ ਗੱਲ ਦਾ ਮਾਣ ਹਾਸਿਲ ਹੈ ਕਿ ਇੱਕ ਵੂਮਨ ਆਰਗੇਨਾਈਜੇਸ਼ਨ ਦੀ ਪ੍ਰਿੰਸੀਪਲ ਹੋਣ ਦੇ ਨਾਤੇ ਕਿ ਬਹੁਤ ਸਾਰੇ ਕੋਰਸਿਸ ਇਹੋ ਜਿਹੇ ਹੈ ਜਿਹਦੇ ਵਿੱਚ ਸਾਡੇ ਕੋਲ ਲੜਕੀਆਂ ਇੰਨੀਆਂ ਜ਼ਿਆਦਾ ਚਾਹਵਾਨ ਹੁੰਦੀਆਂ ਹੈ ਕਿ ਸਾਨੂੰ ਇੱਕ ਵੇਟਿੰਗ ਲਿਸਟ ਜਿਹੜੀ ਹੈ ਐਗਜ਼ੀਕਿਊਟ ਕਰਨੀ ਪੈਂਦੀ ਹੈ। ਔਰ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇਹ ਉਪਰਾਲਾ ਹੈ, ਉਹਨਾਂ ਨੇ ਇੱਕ ਬੜੀਆਂ ਲਿਮਿਟਡ ਨੰਬਰ ਆਫ ਸੀਟਸ ਦੇ ਨਾਲ ਸ਼ੁਰੂ ਕੀਤਾ ਹੈ, ਕਿਉਂਕਿ ਉਹਨਾਂ ਦਾ ਵੀ ਮੰਤਵ ਇਹੀ ਹੈ ਕਿ ਜਿੱਦਾਂ ਟ੍ਰੈਡੀਸ਼ਨਲ ਕੋਰਸਿਸ ਦੇ ਵਿੱਚ ਡਿਗਰੀ ਲੈਣ ਵਾਲੇ ਢੇਰਾਂ ਢੇਰ ਅਸੀਂ ਬੱਚੇ ਪ੍ਰੋਡਿਊਸ ਕਰ ਦਿੰਦੇ ਆ, ਕਿਤੇ ਇਹ ਨਾ ਹੋਏ ਕਿ ਵੋਕੇਸ਼ਨਲ ਕੋਰਸਿਸ ਦੇ ਵਿੱਚ ਵੀ ਇਹੀ ਹਾਲ ਹੋਏ। ਸੋ ਇਹ ਵੋਕੇਸ਼ਨਲ ਕੋਰਸਿਸ ਦੇ ਵਿੱਚ ਇੱਕ ਲਿਮਿਟਡ ਨੰਬਰ ਆਫ ਸੀਟਸ ਹੈ, ਲੇਕਿਨ ਲੋਕਾਂ ਦਾ ਹੁੰਗਾਰਾ, ਬੱਚਿਆਂ ਦਾ ਹੁੰਗਾਰਾ ਇਹਨਾਂ ਕੋਰਸਿਸ ਵਾਲੇ ਪਾਸੇ ਬਹੁਤ ਜ਼ਿਆਦਾ ਹੈ। ਹੁਣ ਇਹਦਾ ਇੱਕ ਹੋਰ ਵੀ ਕਾਰਨ ਹੈ, ਇਹ ਡਿਗਰੀ ਜਿਹੜੀ ਹੈ ਉਹ ਇੱਕ ਤਾਂ ਐਫੀਲੀਏਟਿੰਗ ਯੂਨੀਵਰਸਿਟੀ ਨੇ ਦੇਣੀ ਹੈ। ਜੇ ਅਸੀਂ ਜਲੰਧਰ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਦੇ ਕਾਲਜਸ ਜਿਹੜੇ ਹੈ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਐਫੀਲੀਏਟਿਡ ਹੈ, ਸੋ ਇੱਕ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੁਹਾਨੂੰ ਦੇਗੀ। ਲੇਕਿਨ ਉਹਦੇ ਨਾਲ ਹੀ ਨਾਲ ਜਿੰਨੇ ਕੋਰਸਿਸ ਕੌਸ਼ਲ ਕੇਂਦਰ ਦੇ ਅੰਡਰ ਰਨ ਕੀਤੇ ਜਾਂਦੇ ਹੈ, ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਸੈਕਟਰ ਸਕਿੱਲ ਕਾਉਂਸਲ ਕੰਸਟੀਟਿਊਟ ਕੀਤੀ ਗਈ ਹੈ। ਉਹ ਇੱਕ ਐਡੀਸ਼ਨਲ ਪੇਪਰ ਇਹਨਾਂ ਬੱਚਿਆਂ ਦਾ ਲੈਂਦੀ ਹੈ ਔਰ ਉਸ ਪੇਪਰ ਦੀ ਜਿਹੜੀ ਰੈਕਗਨੀਸ਼ਨ ਹੈ ਦੈਟ ਇਜ਼ ਗਲੋਬਲ। ਨਾਟ ਓਨਲੀ ਇੰਡੀਆ ਦੇ ਵਿੱਚ ਉਹਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਕੱਲ੍ਹ ਨੂੰ ਜੇ ਉਹ ਕੋਰਸ ਕਰਕੇ ਸੈਕਟਰ ਸਕਿੱਲ ਕਾਉਂਸਲ ਦਾ ਪੇਪਰ ਪਾਸ ਕਰਕੇ ਬੱਚਾ ਬਾਹਰ ਜਾਂਦਾ ਹੈ ਤਾਂ ਉਹਨੂੰ ਉੱਥੇ ਵੀ ਕਿਸੇ ਤਰ੍ਹਾਂ ਦੀ ਨੌਕਰੀ ਹਾਸਿਲ ਕਰਨ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ। ਸੋ ਇਹ ਇਹਨਾਂ ਵੋਕੇਸ਼ਨਲ ਕੋਰਸਿਸ ਦਾ ਇੱਕ ਹੋਰ ਜਿਹੜਾ ਹੈ ਉਹ ਪੋਜ਼ਿਟਿਵ ਫੀਚਰ ਹੈ। ਹੁਣ ਜਦੋਂ ਸੈਕਟਰ ਸਕਿੱਲ ਕਾਉਂਸਲ ਦੀ ਗੱਲ ਕਰਦੇ ਹਾਂ ਜਾਂ ਅਸੀਂ ਇਹਨਾਂ ਦੇ ਕਰਿਕੂਲਮ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਡਿਫਰੈਂਟ ਲੈਵਲਸ ਬਣਾਏ ਜਾਂਦੇ ਨੇ। ਫੋਰ ਐਗਜ਼ਾਮਪਲ ਕਿ ਜੇ ਲੈਵਲ 4 ਦੇ ਉੱਤੇ ਬੱਚੇ ਨੇ ਉਹ ਸੈਕਟਰ ਸਕਿੱਲ ਕਾਉਂਸਲ ਕਰਤਾ ਤਾਂ ਇਹਦਾ ਮਤਲਬ ਕਿ ਉਹ ਇੱਕ ਪਰਟੀਕੂਲਰ ਜੌਬ ਰੋਲ ਲਈ ਤਿਆਰ ਹੋ ਗਿਆ। ਜਦੋਂ ਉਹਨੇ 5 ਕਰ ਲਿਆ ਉਹ ਡਿਫਰੈਂਟ ਜੌਬ ਰੋਲ ਲਈ ਤਿਆਰ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਨੇ ਆਪਣਾ ਉਪਰਾਲਾ ਕੀਤਾ ਹੈ ਉਹ ਬੱਚਿਆਂ ਨੂੰ ਇੱਕ ਸਹੀ ਦਿਸ਼ਾ ਦੇਣ ਲਈ ਇੱਕ ਬਹੁਤ ਵੱਡਾ ਕਦਮ ਹੈ। ਔਰ ਮੈਂ ਫਿਰ ਇਸ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਬੱਚਿਆਂ ਨੂੰ ਇਹ ਕਹਾਂਗੀ ਕਿ ਆਪਣੇ ਕਰੀਅਰ ਦਾ ਚੁਣਾਵ ਕਰਨ ਤੋਂ ਪਹਿਲਾਂ ਜਿੰਨੀ ਰੇਕੀ ਤੁਸੀਂ ਕਰ ਸਕਦੇ ਹੋ, ਜਿੰਨੇ ਸਵਾਲ ਜਵਾਬ ਤੁਸੀਂ ਕਰੀਅਰ ਕਾਉਂਸਲਿੰਗ ਸੈੱਲਸ ਜਿਹੜੇ ਸਾਰੇ ਕਾਲਜਸ ਨੇ ਆਪਣੇ ਬਣਾਏ ਹੋਏ ਨੇ ਉੱਥੇ ਆਪਣੀਆਂ ਕੁਐਰੀਜ਼ ਪਾ ਕੇ ਕਰ ਸਕਦੇ ਹੋ, ਉਹ ਬਹੁਤ ਹੀ ਚੰਗਾ ਹੋਏਗਾ ਕਿਉਂਕਿ ਉਹਦੇ ਨਾਲ ਤੁਹਾਡੇ ਮਨ ਦੇ ਜਿਹੜੇ ਡਾਊਟਸ ਨੇ ਉਹ ਜ਼ਰੂਰ ਦੂਰ ਹੋਣਗੇ। ਇਸ ਗੱਲ ਨਾਲ ਹੀ ਮੈਮ ਮੈਨੂੰ ਆਪਣੀ ਇੱਕ ਹੋਰ ਗੱਲ ਯਾਦ ਆ ਗਈ ਬਚਪਨ ਦੀ। ਮੇਰੀ ਨਾ ਇੱਕ ਫਰੈਂਡ ਸੀ, ਉਹ ਛੋਟੇ ਹੁੰਦੇ ਆਪਣੀ ਗੁੱਡੀਆਂ ਦੇ ਕੱਪੜੇ ਬਣਾਉਂਦੀ ਹੁੰਦੀ ਸੀ ਤਾਂ ਸਾਨੂੰ ਇਹ ਲੱਗਦਾ ਸੀ ਕਿ ਫੈਸ਼ਨ ਡਿਜ਼ਾਈਨਿੰਗ 'ਚ ਇੰਟਰਸਟ ਲਏਗੀ, ਬਟ ਉਦੋਂ ਉਹਦੀ ਮਦਰ ਇਸ ਬਾਰੇ ਉਹਨੂੰ ਸੋਚਣ ਹੀ ਨਹੀਂ ਦਿੰਦੇ ਸੀ। ਉਹਨਾਂ ਨੂੰ ਕਹਿੰਦੇ ਸੀ ਤੁਸੀਂ ਕਿਤਾਬਾਂ ਲੈ ਕੇ ਬੈਠੋ, ਪੜ੍ਹੋ, ਫੈਸ਼ਨ ਡਿਜ਼ਾਈਨਿੰਗ ਦਾ ਕੋਈ ਕੋਰਸ ਹੀ ਨਹੀਂ ਹੈ, ਇਸ 'ਚ ਤੁਸੀਂ ਕੁਝ ਅੱਗੇ ਕਰ ਨਹੀਂ ਸਕਦੇ। ਬਟ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਅੱਜ ਕੱਲ੍ਹ ਦੇ ਬੱਚਿਆਂ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈ ਇਹਨਾਂ ਕੋਰਸਿਸ ਦੀ, ਜਾਂ ਇਹ ਕੋਰਸਿਸ ਅਵੇਲੇਬਲ ਹੈ ਉਹਨਾਂ ਨੂੰ ਕਰਨ ਵਾਸਤੇ। ਮੈਮ ਇਹ ਸਾਰੇ ਜਿਹੜੇ ਕੋਰਸਿਸ ਹੈ ਇਹ +2 ਤੋਂ ਬਾਅਦ ਅਵੇਲੇਬਲ ਹੈ ਜਾਂ 10ਵੀਂ ਤੋਂ ਬਾਅਦ ਬੱਚੇ ਕਰ ਸਕਦੇ ਆ? ਹੁਣ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਵੀ ਆਪਣਾ 11ਵੀਂ ਔਰ 12ਵੀਂ ਦੇ ਵਿੱਚ ਜਿਹੜੀ ਸਬਜੈਕਟਸ ਦੀ ਆਪਸ਼ਨ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਵਾਈਡ ਕਰ ਦਿੱਤੀ ਹੈ। ਉਹਨਾਂ ਨੇ ਵੀ ਬਹੁਤ ਸਾਰੇ ਵੋਕੇਸ਼ਨਲ ਸਬਜੈਕਟਸ ਜਿਹੜੇ ਹੈ, ਸਕਿੱਲ ਓਰੀਐਂਟਡ ਸਬਜੈਕਟਸ ਜਿਹੜੇ ਹੈ ਉਹ 11th 12th ਦੇ ਵਿੱਚ ਬੱਚਿਆਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਹੈ। ਲੇਕਿਨ ਜਿਹੜੀ ਮੇਨ ਇਹਦੀ ਚੋਇਸ ਹੈ, ਕੈਟੇਗਰਾਈਜੇਸ਼ਨ ਹੈ, ਉਹ ਡਿਗਰੀ ਲੈਵਲ ਦੇ ਉੱਪਰ ਹੀ ਆ ਕੇ ਬੱਚੇ ਉਹਨੂੰ ਆਪਟ ਕਰਦੇ ਹੈ। ਔਰ ਅੱਜ ਕੱਲ੍ਹ ਅੱਗੇ ਕਿਹਾ ਜਾਂਦਾ ਸੀ ਕਿ ਜਦੋਂ ਸਾਇੰਸ ਦੀ ਗੱਲ ਕਰਨੀ ਹੈ ਤੇ ਮੈਡੀਕਲ ਜਾਂ ਨਾਨ ਮੈਡੀਕਲ ਨਹੀਂ, ਹੁਣ
ਹੁਣ ਸਾਡੇ ਕੋਲ ਇੰਨੀਆਂ ਸਾਰੀਆਂ ਸਾਇੰਸ ਦੇ ਵਿੱਚ ਬ੍ਰਾਂਚਿਸ ਹੈ। ਜੇ ਤੁਸੀਂ ਸਾਇੰਸ ਦੀ ਬ੍ਰਾਂਚਿਸ ਦੀ ਗੱਲ ਕਰੋਗੇ, ਅੱਜ ਤੁਸੀਂ ਬਾਇਓਟੈਕਨੋਲੋਜੀ 'ਚ ਜਾ ਸਕਦੇ ਹੋ, ਅੱਜ ਤੁਸੀਂ ਬਾਇਓ ਇਨਫੋਰਮੈਟਿਕਸ ਦੇ ਵਿੱਚ ਜਾ ਸਕਦੇ ਹੋ। ਜੇ ਤੁਸੀਂ ਕੰਪਿਊਟਰ ਦੀ ਗੱਲ ਕਰੋਗੇ, ਤੁਸੀਂ BSc ਕੰਪਿਊਟਰ ਸਾਇੰਸ 'ਚ ਜਾ ਸਕਦੇ ਹੋ, ਤੁਸੀਂ BSc ਵਿਦ ਇਕਨੋਮਿਕਸ ਐਂਡ ਮੈਥਸ ਕਰ ਸਕਦੇ ਹੋ। ਜੇ ਤੁਸੀਂ ਫੈਸ਼ਨ ਡਿਜ਼ਾਈਨਿੰਗ ਦੀ ਗੱਲ ਕਰੋਗੇ, ਤੁਸੀਂ BSc ਫੈਸ਼ਨ ਡਿਜ਼ਾਈਨਿੰਗ 'ਚ ਜਾ ਸਕਦੇ ਹੋ, ਤੁਸੀਂ BVOC ਫੈਸ਼ਨ ਡਿਜ਼ਾਈਨਿੰਗ 'ਚ ਜਾ ਸਕਦੇ ਹੋ। ਸੋ ਇਸ ਕਰਕੇ ਕੋਰਸਿਸ ਦੀ ਚੋਇਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਹੈ, ਔਰ ਬੱਚੇ ਦਾ ਜਿਸ ਚੀਜ਼ ਦੇ ਵਿੱਚ ਇੰਟਰਸਟ ਹੋਏ, ਟ੍ਰੈਡੀਸ਼ਨਲ ਸਬਜੈਕਟਸ ਦੇ ਨਾਲ ਨਾਲ ਉਹਨੂੰ ਉਹ ਇਸ ਇੰਟਰਸਟ ਨੂੰ ਐਕਸਪਲੋਰ ਕਰਦੇ ਹੋਏ ਆਪਣੇ ਕਰੀਅਰ ਦਾ ਜਿਹੜਾ ਚੁਣਾਵ ਕਰਨਾ ਚਾਹੀਦਾ ਹੈ। ਲੇਕਿਨ ਜਿਹੜੀ ਗੱਲ ਮੈਂ ਆਪਣੀ ਵਿੱਚ ਛੱਡੀ ਸੀ, ਮੈਂ ਵਾਪਸ ਉਹਦੇ ਤੇ ਆ ਰਹੀ ਹਾਂ ਕਿ ਜਿਹੜੀ ਟ੍ਰੈਡੀਸ਼ਨਲ ਕੋਰਸਿਸ ਦੇ ਵਿੱਚ ਸਬਜੈਕਟਸ ਹੈ, ਉਹਨਾਂ ਦੀ ਪ੍ਰਤਿਸ਼ਠਾ, ਇੰਪੋਰਟੈਂਸ ਅੱਜ ਵੀ ਉਨੀ ਹੀ ਹੈ। ਚਾਹੇ ਅਸੀਂ ਇਕਨੋਮਿਕਸ ਦੀ ਗੱਲ ਕਰ ਲਈਏ, ਪੋਲੀਟੀਕਲ ਸਾਇੰਸ ਦੀ ਗੱਲ ਕਰ ਲਈਏ, ਸੋਸ਼ੀਓਲੋਜੀ ਦੀ ਗੱਲ ਕਰ ਲਈਏ, ਇਹ ਸਾਰੇ ਸਬਜੈਕਟਸ ਜਿਹੜੇ, ਹਿਸਟਰੀ ਦੀ ਗੱਲ ਕਰ ਲਈਏ, ਇਹ ਸਾਰੇ ਸਬਜੈਕਟਸ ਉਹ ਸਬਜੈਕਟਸ ਨੇ ਜਿਨ੍ਹਾਂ ਕਰਕੇ ਸਿਵਲ ਸਰਵਿਸਿਜ਼ ਦੇ ਐਗਜ਼ਾਮੀਨੇਸ਼ਨ ਜਾਂ ਹੋਰ ਕੋਈ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਦੀ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਉਹਦੇ ਵਿੱਚ ਬਹੁਤ ਮਦਦ ਮਿਲਦੀ ਹੈ। ਪਰ ਮੈਮ ਉਹ ਜਿਹੜੇ ਬੱਚਿਆਂ ਨੇ ਸਿਵਲ ਸਰਵਿਸਿਜ਼ ਬਾਰੇ ਸੋਚਿਆ, ਉਹ ਪਹਿਲਾਂ ਹੀ ਉਹੀ ਸਬਜੈਕਟਸ ਚੂਜ਼ ਕਰਦੇ ਆ ਕਿ ਸੋਸ਼ੀਓਲੋਜੀ ਲੈ ਲਈ ਜਾਂ ਕੋਈ ਸਿਵਲ ਸਰਵਿਸਿਜ਼ ਦੇ ਰਿਲੇਟਡ ਪੋਲੀਟੀਕਲ ਸਬਜੈਕਟਸ ਲੈ ਸਾਇੰਸ ਲਏ। ਹੋ ਗਿਆ, ਹਿਸਟਰੀ ਹੋ ਗਿਆ, ਇਕਨੋਮਿਕਸ ਹੋ ਗਿਆ। ਜਿਹੜੇ ਕੋਰਸਿਸ ਤੁਸੀਂ ਦੱਸ ਰਹੇ ਹੋ ਮੈਮ, BVOC ਦੇ ਜਾਂ MVOC ਦੇ, ਉਹ ਕੋਰਸਿਸ ਉਹੀ ਹੈ ਕਿ ਜਿਹੜਾ ਬੱਚੇ ਨੇ ਐਂਟਰਪ੍ਰੈਨਿਓਰਸ਼ਿਪ ਦੇ ਵਿੱਚ ਜਾਣਾ ਹੈ ਜਾਂ ਆਪਣੀ ਚੁਆਇਸ ਜਾਂ ਇੰਟਰਸਟ ਨੂੰ ਫਲਰਿਸ਼ ਕਰਨਾ ਹੈ। ਵੈਰੀ ਟਰੂ, ਵੈਰੀ ਟਰੂ। ਦੇਖੋ, ਜਦੋਂ ਤੁਸੀਂ 12ਵੀਂ ਪਾਸ ਕੀਤੀ ਨਾ, ਤੁਹਾਡਾ ਇੱਕ ਮਾਈਂਡ ਸੈਟ ਬਣ ਗਿਆ ਕਿ ਤੁਸੀਂ ਸਿਵਲ ਸਰਵਿਸਿਜ਼ 'ਚ ਜਾਣਾ ਹੈ, ਤੁਸੀਂ ਬੈਂਕਿੰਗ 'ਚ ਜਾਣਾ ਹੈ, ਤੁਸੀਂ ਆਪਣਾ ਕੰਮ ਕਰਨਾ ਹੈ, ਤੁਸੀਂ ਵੋਕੇਸ਼ਨਲ ਵਾਲੇ ਪਾਸੇ ਜਾਣਾ ਹੈ ਨਾ। ਜਿਹੜੇ ਬੱਚੇ ਬੈਂਕਿੰਗ ਵਗੈਰਾ 'ਚ ਜਾਣਾ ਚਾਹੁੰਦੇ ਆ, ਉਹ BVOC ਬੈਂਕਿੰਗ ਫਾਈਨੈਂਸ਼ੀਅਲ ਸਰਵਿਸਿਜ਼ 'ਚ ਜਾਣਗੇ, ਜਾਂ ਉਹ BCom ਕਰਨਗੇ, ਜਾਂ ਜਿਹੜੇ ਬੱਚੇ CA ਕਰਨਾ ਚਾਹੁੰਦੇ ਨੇ ਉਹ BCom ਵਾਲੇ ਪਾਸੇ ਆਣਗੇ, ਉਹ CPT ਦਾ ਟੈਸਟ ਕਲੀਅਰ ਕਰਨਗੇ। ਇੱਕ ਜਿਹੜਾ ਅਪਕਮਿੰਗ ਸਬਜੈਕਟ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਆ ਰਿਹਾ ਹੈ, ਦੈਟ ਇਜ਼ ਸਾਈਕੋਲੋਜੀ, ਜਿਹਦੇ ਵਿੱਚ BVOC ਪ੍ਰੋਗਰਾਮਸ ਵੀ ਨੇ, ਸਾਈਕੋਲੋਜੀ ਐਜ਼ ਅ ਟ੍ਰੈਡੀਸ਼ਨਲ ਸਬਜੈਕਟ ਵੀ ਹੈ, ਜਿਹਦੇ ਵਿੱਚ MVOC ਪ੍ਰੋਗਰਾਮਸ ਵੀ ਨੇ। ਸਾਈਕੋਲੋਜੀ ਦੇ ਵਿੱਚ ਜਾਂ ਉਹਦੀ ਜਿਹੜੀ ਐਡਵਾਂਸਡ ਸਟੱਡੀ ਹੈ, ਜਿੰਨਾ ਤੁਸੀਂ ਦੇਖਿਆ ਅੱਜ ਹਰ ਇੱਕ ਪਰਸਨ ਦਾ ਸਟ੍ਰੈਸ ਲੈਵਲ ਵੱਧ ਰਿਹਾ ਹੈ, ਚਾਹੇ ਉਹ ਬੱਚਾ ਹੈ, ਚਾਹੇ ਉਹ ਪੇਰੈਂਟ ਹੈ, ਚਾਹੇ ਉਹ ਟੀਚਰ ਹੈ, ਚਾਹੇ ਉਹ ਐਂਟਰਪ੍ਰੈਨਿਓਰ ਹੈ, ਚਾਹੇ ਉਹ ਬਿਜ਼ਨਸਮੈਨ, ਕੋਈ ਵੀ ਬੰਦਾ, ਉਹਦਾ ਸਟ੍ਰੈਸ ਲੈਵਲ ਬਹੁਤ ਵੱਧ ਰਿਹਾ। ਉਹਦੇ ਕਰਕੇ ਇਹਨਾਂ ਕੋਰਸਿਸ ਦੀ ਇੰਪੋਰਟੈਂਸ ਬਹੁਤ ਵੱਧ ਰਹੀ ਹੈ। ਔਰ ਤੁਸੀਂ ਦੇਖਿਆ ਹੋਏਗਾ ਕਿ ਅੱਜ ਕੱਲ੍ਹ ਸਕੂਲਸ ਦੀ ਐਜੂਕੇਸ਼ਨ ਦੇ ਵਿੱਚ ਇਹ ਕੰਪਲਸਰੀ ਹੋ ਗਿਆ ਹੈ ਕਿ ਹਰ ਸਕੂਲ ਦੇ ਵਿੱਚ ਇੱਕ ਕਾਉਂਸਲਰ ਹੋਣਾ ਮਸਟ ਹੈ। ਉਹ ਕਾਉਂਸਲਰ ਦੀ ਐਲੀਜੀਬਿਲਿਟੀ ਕੀ ਹੈ? ਜਿਹੜੇ ਬੱਚੇ ਨੇ ਸਾਈਕੋਲੋਜੀ ਐਜ਼ ਅ ਸਬਜੈਕਟ ਕੀਤਾ ਹੋਇਆ, ਸਾਈਕੋਲੋਜੀ BVOC 'ਚ ਕੀਤੀ ਹੋਈ ਹੈ, ਸਾਈਕੋਲੋਜੀ ਦਾ ਕੋਈ ਡਿਪਲੋਮਾ ਕੀਤਾ ਹੋਇਆ ਹੈ ਜਾਂ MVOC ਕੀਤਾ ਹੋਇਆ ਹੈ, ਉਹੀ ਇਹ ਕਾਉਂਸਲਰ ਦੀ ਪੋਸਟ ਨੂੰ ਹਾਸਿਲ ਕਰ ਸਕਦਾ ਹੈ। ਸੋ ਇਹ ਜਿਹੜਾ ਸਾਈਕੋਲੋਜੀ ਸਬਜੈਕਟ ਹੈ, ਇਹ ਇੱਕ ਬਹੁਤ ਅਪਕਮਿੰਗ ਜਿਹੜਾ ਹੈ, ਇਹਨੇ ਦੁਬਾਰਾ ਤੋਂ ਆਪਣੀ ਪ੍ਰੈਸਟੀਜ ਜਿਹੜੀ ਹੈ ਗੇਨ ਕੀਤੀ, ਰੀਨਿਊ ਹੋਈ ਹੈ। ਯੈਸ। ਔਰ ਜਦੋਂ ਆਪਾਂ ਆਰਟਿਸਟਿਕ ਚੀਜ਼ਾਂ ਦੀ ਗੱਲ ਕਰਦੇ ਹਾਂ, ਦੈਨ ਦੇਅਰ ਇਜ਼ BFA, ਬੈਚਲਰ ਆਫ ਫਾਈਨ ਆਰਟਸ। ਬੱਚੇ, ਖਾਸ ਕਰਕੇ ਜੇ ਮੈਂ ਲੜਕੀਆਂ ਦੀ ਗੱਲ ਕਰਾਂ, ਤੇ ਇਹ ਕੁਝ ਇਹੋ ਜਿਹੇ ਸਬਜੈਕਟਸ ਨੇ ਜਿਹਦੇ ਨਾਲ ਉਹ ਘਰ ਬੈਠੇ ਆਪਣੀ ਫੈਮਿਲੀ ਲਾਈਫ ਦੇ ਨਾਲ ਨਾਲ ਆਪਣੇ ਇੰਟਰਸਟ ਔਰ ਕਰੀਅਰ ਦੋਨਾਂ ਨੂੰ ਪਰਸਿਊ ਕਰ ਸਕਦੀ ਹੈ। ਤੁਸੀਂ ਦੇਖਿਆ ਕਿ ਅੱਜ ਕੱਲ੍ਹ ਜਿੰਨੇ ਵਿਆਹਾਂ ਦੇ ਜਾਂ ਸ਼ਾਦੀਆਂ ਦੇ ਕਾਰਡ ਨੇ, ਉਹ ਸਾਰੇ ਜਿਹੜੇ ਹੈ ਕਾਰਡਸ ਹੋ ਗਏ। ਉਹਦੇ ਵਿੱਚ ਮਲਟੀਮੀਡੀਆ ਔਰ ਸਟੱਡੀਜ਼ ਦੀ ਜਿਹੜੀ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ ਵੱਧ ਗਈ। ਜੇ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਜਾਂ ਆਪਾਂ BFA ਦੀ ਗੱਲ ਕਰੀਏ, ਤਾਂ ਇਹਦੇ ਵਿੱਚ ਫ੍ਰੀਲੈਂਸ ਐਜ਼ ਕੰਮ ਕਰਨ ਦੀਆਂ ਓਪਰਚੁਨਿਟੀਜ਼ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ, ਔਰ ਉਹ ਅੱਜ ਕੱਲ੍ਹ ਫੀਮੇਲਸ ਨੂੰ ਜ਼ਿਆਦਾ ਸੂਟ ਕਰਦੀਆਂ। ਫੈਮਿਲੀ ਸਾਡੀਆਂ ਨਿਊਕਲੀਅਰ ਹੁੰਦੀਆਂ ਜਾ ਰਹੀਆਂ, ਰਿਸਪੌਂਸਿਬਿਲਿਟੀ ਸਾਡੇ ਕੋਲ ਫੈਮਿਲੀ ਦੀਆਂ ਵੀ ਹੈ, ਲੇਕਿਨ ਉਹਦੇ ਨਾਲ ਹੀ ਨਾਲ ਹਰ ਬੱਚੀ ਅੱਜ ਦੇ ਟਾਈਮ ਦੇ ਵਿੱਚ ਆਪਣਾ ਕਰੀਅਰ ਵੀ ਪਰਸਿਊ ਕਰਨਾ ਚਾਹੁੰਦੀ ਹੈ। ਸੋ ਇਹ ਸਾਰੇ ਕੋਰਸਿਸ ਕਰਕੇ ਅਸੀਂ ਇਸ ਕਰੀਅਰ ਨੂੰ ਵੀ ਪਰਸਿਊ ਕਰ ਸਕਦੇ ਹਾਂ। ਜਦੋਂ ਅਸੀਂ ਕਾਸਮੈਟੋਲੋਜੀ ਦੀ ਗੱਲ ਕਰਦੇ ਹਾਂ, ਤਾਂ ਦਿਸ ਇਜ਼ ਆਲਸੋ ਅ ਵੈਰੀ ਵੈਰੀ ਅਪਕਮਿੰਗ ਫੀਲਡ। ਅੱਗੇ ਆਪਾਂ ਕਹਿੰਦੇ ਸੀ ਪਾਰਲਰ ਖੋਲ੍ਹਣਾ, ਹੁਣ ਉਹ ਪਾਰਲਰ ਵਰਡ ਨੂੰ ਜਿਹੜਾ ਹੈ ਉਹ ਕਾਸਮੈਟਿਕਸ ਦੇ ਵਿੱਚ ਲਿੰਕ ਕਰਤਾ ਹੋਇਆ। ਔਰ ਕਾਸਮੈਟੋਲੋਜੀ ਦੀ ਅਸੀਂ ਗੱਲ ਕਰੀਏ ਤਾਂ ਉਹਦੇ 'ਚ ਜਿਹੜੇ ਕੋਰਸਿਸ ਹੈ, ਚਾਹੇ ਅਸੀਂ ਉਹ ਕਾਸਮੈਟੋਲੋਜੀ ਦੀ MVOC ਦੀ ਗੱਲ ਕਰ ਰਹੇ ਹਾਂ, ਚਾਹੇ ਅਸੀਂ BVOC ਕਾਸਮੈਟੋਲੋਜੀ ਦੀ ਗੱਲ ਕਰ ਰਹੇ ਹਾਂ, ਚਾਹੇ ਅਸੀਂ ਕਾਸਮੈਟੋਲੋਜੀ ਐਜ਼ ਅ ਸਬਜੈਕਟ ਦੀ ਗੱਲ ਕਰ ਰਹੇ ਹਾਂ, ਉਹ ਸਿਰਫ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਇਹ ਨਹੀਂ ਸਿਖਾਏਗਾ ਕਿ ਤੁਸੀਂ ਇੱਕ ਪਾਰਲਰ ਖੋਲ੍ਹਣਾ ਚਾਹੁੰਦੇ ਹੋ, ਸੈਲੂਨ ਖੋਲ੍ਹਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰਨ ਲਈ ਕੁਝ ਇਨਫੋਰਮੇਸ਼ਨ ਹਾਸਿਲ ਕਰਨਾ ਚਾਹੁੰਦੇ ਹੋ, ਬਲਕਿ ਉਹ ਤੁਹਾਨੂੰ ਇੰਡਸਟਰੀਅਲ ਲੈਵਲ ਦੇ ਉੱਤੇ ਤੁਸੀਂ ਕਾਸਮੈਟਿਕ
ਮੈਥਮੈਟਿਕਸ ਦੀ ਪ੍ਰੋਡਕਸ਼ਨ ਕਿੱਦਾਂ ਕਰ ਸਕਦੇ ਹੋ, ਉਹਦੇ ਵਾਸਤੇ ਵੀ ਹੈਲਪ ਕਰਦਾ ਉਹਦੇ ਵਾਸਤੇ ਵੀ ਉਹ ਤੁਹਾਨੂੰ ਹੈਲਪ ਕਰੇਗਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦੀ ਹਾਂ ਕਿ ਅੱਜ ਆਰਗੈਨਿਕ ਪ੍ਰੋਡਕਟਸ ਦਾ ਯੁੱਗ ਹੈ। ਮੰਨ ਲਓ ਕਿ ਤੁਸੀਂ ਸੋਚਦੇ ਹੋ, ਕੋਈ ਵੀ ਬੱਚਾ ਸੋਚਦਾ ਹੈ ਕਿ ਅੱਜ ਮੈਂ ਰੋਜ਼ ਵਾਟਰ ਜਿਹੜਾ ਹੈ ਉਹ ਇੰਡਸਟਰੀਅਲ ਲੈਵਲ ਦੇ ਉੱਤੇ ਪ੍ਰੋਡਿਊਸ ਕਰਨਾ ਹੈ, ਆਰਗੈਨਿਕ ਰੋਜ਼ ਵਾਟਰ। ਇਹਦਾ ਮਤਲਬ ਕਿ ਤੁਸੀਂ ਨੰਬਰ 1 ਤੁਹਾਨੂੰ ਕਾਸਮੈਟੋਲੋਜੀ ਦਾ ਇੱਕ ਕੋਰਸ, ਉਹਦੀ ਬੇਸਿਕ ਬੇਸਿਕ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਉਹਦੇ ਨਾਲ ਹੀ ਨਾਲ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਜਿਹੜੀ ਹੈ ਉਹ ਇੰਡਸਟਰੀਅਲ ਲੈਵਲ ਦੇ ਉੱਤੇ ਉਹਨੂੰ ਪ੍ਰੋਡਿਊਸ ਕਰਨ ਲਈ ਕੈਮਿਸਟਰੀ ਦੀ ਹੋਣੀ ਚਾਹੀਦੀ ਹੈ ਕਿ ਕਿਹੜੀਆਂ ਚੀਜ਼ਾਂ ਪਾ ਕੇ ਅਸੀਂ ਉਹਨੂੰ ਡਿਊਰੇਬਲ ਬਣਾ ਸਕਦੇ ਹਾਂ, ਪ੍ਰੀਜ਼ਰਵ ਵੀ ਕਰ ਸਕਦੇ ਹਾਂ। ਯੈਸ। ਔਰ ਤੀਸਰੀ ਨੌਲੇਜ ਉਹਦੇ ਵਿੱਚ ਤੁਹਾਨੂੰ ਹੋਣੀ ਚਾਹੀਦੀ ਹੈ ਕਾਮਰਸ ਦੀ, ਕਿ ਜਦੋਂ ਤੁਸੀਂ ਸਟਾਰਟਅਪ ਤਾਂ ਖੋਲ੍ਹਣਾ, ਮਾਰਕੀਟਿੰਗ ਕਿੱਦਾਂ ਕਰਨੀ ਹੈ, ਮਾਰਕੀਟਿੰਗ ਕਿੱਦਾਂ ਕਰਨੀ ਹੈ, ਤੁਸੀਂ ਆਪਣੇ ਫਾਈਨੈਂਸਿਸ ਕਿੱਦਾਂ ਮੈਨੇਜ ਕਰਨੇ ਆ, ਕਿੰਨਾ ਖਰਚਾ ਹੋਣਾ ਚਾਹੀਦਾ ਹੈ, ਕਿੰਨੀ ਉਹਦੀ ਪ੍ਰਾਈਸ ਹੋਣੀ ਚਾਹੀਦੀ ਹੈ। ਸੋ ਬੇਸਿਕਲੀ ਤੁਸੀਂ ਤਿੰਨ ਆਲ ਇਨ ਵਨ ਪੈਕੇਜ ਹੈ। ਐਗਜ਼ੈਕਟਲੀ। ਸੋ ਉਹ ਸਟਾਰਟਅਪ ਕੰਸਲਟੇਸ਼ਨ ਸੈੱਲ ਜਿਹੜਾ ਹੈ ਉਹ ਜਿਹੜੇ ਕਾਲਜਸ ਦੇ ਵਿੱਚ ਹੈ, ਜਿਸ ਤਰ੍ਹਾਂ ਜੇ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਤਾਂ ਵੀ ਹੈਵ ਅ ਸਟਾਰਟਅਪ ਕੰਸਲਟੇਸ਼ਨ ਹੱਬ ਇਨ ਦ ਕੈਂਪਸ, ਕਿ ਬੱਚਾ ਕੋਈ ਵੀ ਚੀਜ਼ ਜਿਹੜਾ ਹੈ ਤੁਹਾਡੇ ਨਾਲ ਐਨਾਲਾਈਜ਼ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਉਹਨੂੰ ਇੱਕ ਪੂਰਾ ਫਰੇਮਵਰਕ ਬਣਾ ਕੇ ਦਿੰਦੇ ਹੋ। ਮੰਨ ਲਓ ਤੁਸੀਂ ਵੈਡਿੰਗ ਫੋਟੋਗ੍ਰਾਫੀ ਦਾ ਕੰਮ ਕਰਨਾ ਹੈ, ਤੁਹਾਨੂੰ ਉਹਦੇ ਵਿੱਚ ਇਹ ਚੀਜ਼ਾਂ ਦੀ ਜ਼ਰੂਰਤ ਹੋਏਗੀ, ਇਹ ਤੁਹਾਡੇ ਫਾਈਨੈਂਸਿਸ ਇਨਵੋਲਵਡ ਹੋਣਗੇ, ਇੰਨੇ ਬੰਦੇ ਤੁਹਾਨੂੰ ਅੱਗੇ ਕੰਮ ਕਰਨ ਲਈ ਰੱਖਣੇ ਪੈਣਗੇ, ਔਰ ਪਹਿਲੇ ਸਾਲ, ਦੂਸਰੇ ਸਾਲ, ਤੀਸਰੇ ਸਾਲ ਜੇ ਇੰਨੇ ਕਲਾਇੰਟਸ ਤੁਹਾਡੇ ਕੋਲ ਆਉਂਦੇ ਹੈ ਤਾਂ ਤੁਹਾਨੂੰ ਇੰਨਾ ਪ੍ਰੋਫਿਟ ਹੋਏ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਹੈ ਉਹ ਬੱਚਿਆਂ ਨੂੰ ਆਪਣੇ ਕਰੀਅਰ ਦਾ ਚੁਣਾਵ ਕਰਨਾ ਚਾਹੀਦਾ ਹੈ। ਜਿਹੜੇ ਗ੍ਰੈਜੂਏਸ਼ਨ ਬੇਸਡ ਕੋਰਸਿਸ ਹੈ, ਜਿਹੜੇ ਆਪਾਂ ਬੈਚਲਰਸ ਕੋਰਸਿਸ ਕਹਿੰਦੇ ਆ, ਤੇ ਕੁਝ ਜਿਹੜੇ ਮਾਸਟਰਸ ਕੋਰਸਿਸ ਹੈ, ਉਹ ਕਿਸੇ ਵੀ ਗ੍ਰੈਜੂਏਸ਼ਨ ਡਿਗਰੀ ਤੋਂ ਬਾਅਦ ਹੋ ਸਕਦੇ ਆ ਜਾਂ ਉਸੇ ਸਟਰੀਮ ਦੇ ਵਿੱਚ ਤੁਹਾਨੂੰ ਬੈਚਲਰਸ ਵੀ ਕਰਨੀ ਮਸਟ ਹੈ? ਦੇਖੋ, ਇਸ ਤਰ੍ਹਾਂ ਹੈ ਕਿ ਹਰ ਬੈਚਲਰ ਔਰ ਪੋਸਟ ਗ੍ਰੈਜੂਏਟ ਕੋਰਸ ਦੀ ਆਪਣੀ ਐਲੀਜੀਬਿਲਿਟੀ ਹੈ, ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਿਆਦੀ ਹੋਈ ਹੈ, ਲਿਖੀ ਹੋਈ ਹੈ। ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜੇ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਉਹ ਪਰਟੀਕੂਲਰ ਸਬਜੈਕਟ ਪੜ੍ਹਿਆ ਹੋਇਆ ਤਾਂ ਤੁਸੀਂ ਪੋਸਟ ਗ੍ਰੈਜੂਏਸ਼ਨ ਉਸੇ ਸਬਜੈਕਟ 'ਚ ਕਰ ਸਕਦੇ ਹੋ, ਲੇਕਿਨ ਡਿਪਲੋਮਾਸ ਕਰਨ ਦੇ ਵਿੱਚ ਇਹੋ ਜਿਹੀ ਕੋਈ ਵੀ ਬਾਰ ਨਹੀਂ ਹੈ, ਐਡ ਔਨ ਕੋਰਸਿਸ ਕਰਨ ਦੇ ਵਿੱਚ ਇਹੋ ਜਿਹੀ ਕੋਈ ਬਾਰ ਨਹੀਂ ਹੈ, ਔਰ ਕਮਿਊਨਿਟੀ ਕਾਲਜਸ ਦੇ ਵਿੱਚ ਇਹੋ ਜਿਹੀ ਕੋਈ ਬਾਰ ਨਹੀਂ ਹੈ। ਪੀਅਰ ਪ੍ਰੈਸ਼ਰ ਜਾਂ ਪੇਰੈਂਟਸ ਦਾ ਜੋ ਰੋਲ ਹੁੰਦਾ ਕਰੀਅਰ ਚੂਜ਼ ਕਰਨ ਵਾਸਤੇ, ਉਹਦੇ ਵਾਸਤੇ ਮੈਮ ਤੁਹਾਡੇ ਕੀ ਵਿਚਾਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਪੇਰੈਂਟਸ ਨੂੰ ਮੇਰਾ ਇੱਕ ਸੁਨੇਹਾ ਹੈ ਕਿ ਪੇਰੈਂਟਸ ਕਦੀ ਵੀ ਇਸ ਚੀਜ਼ ਨੂੰ ਇਹ ਨਾ ਮੰਨ ਕੇ ਚੱਲਣ ਕਿ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਹਾਸਿਲ ਕਰ ਸਕੀ ਉਹ ਕੱਲ੍ਹ ਨੂੰ ਮੇਰੀ ਬੇਟੀ ਹਾਸਿਲ ਕਰੇਗੀ। ਬੇਟੀ ਦਾ ਆਪਣਾ ਇੱਕ ਕੈਲੀਬਰ ਹੈ, ਤੁਹਾਡਾ ਇੱਕ ਆਪਣਾ ਕੈਲੀਬਰ ਸੀ, ਤੁਹਾਡੇ ਸਰਕਮਸਟਾਂਸਿਸ ਆਪਣੇ ਸੀ, ਬੱਚੀ ਦੇ ਅੱਜ ਆਪਣੇ ਸਰਕਮਸਟਾਂਸਿਸ ਹੈ। ਸੋ ਉਹਨੂੰ ਇੰਨੇ ਇੱਕ ਪੰਖ ਦਿਓ ਕਿ ਉਹ ਆਪਣੀ ਉਡਾਨ ਖੁਦ ਭਰ ਸਕੇ। ਗੋਨ ਆਰ ਦਾ ਟਾਈਮਸ ਕਿ ਜਦੋਂ ਅਸੀਂ ਕਹਿੰਦੇ ਸੀਗੇ ਕਿ ਡਾਕਟਰ, ਇੰਜੀਨੀਅਰ, ਬਸ ਇਸ ਤੋਂ ਅੱਗੇ ਕੁਝ ਨਹੀਂ, ਉਹ ਜ਼ਮਾਨਾ ਨਿਕਲ ਗਿਆ। ਅੱਜ ਡਾਕਟਰ, ਇੰਜੀਨੀਅਰ ਬਹੁਤ ਥੱਲੇ ਦੀ ਲਾਈਨ ਦੇ ਵਿੱਚ ਹੈ, ਕਿਉਂਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੈਟਲ ਹੋਣ ਲਈ ਬਹੁਤ ਟਾਈਮ ਲੱਗ ਜਾਂਦਾ। ਲੇਕਿਨ ਉਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਕੋਰਸਿਸ ਨੇ ਜਿਹਦੇ ਵਿੱਚ ਤੁਹਾਡਾ ਬੱਚਾ ਜਾਣਾ ਚਾਹੁੰਦਾ ਹੈ। ਸੋ ਡੋਂਟ ਮੇਕ ਇਟ ਅ ਪ੍ਰੈਸਟੀਜ ਪੁਆਇੰਟ ਕਿ ਮੇਰਾ ਬੱਚਾ ਡਾਕਟਰ, ਇੰਜੀਨੀਅਰ ਨਹੀਂ ਹੈ, ਮੇਰਾ ਬੱਚਾ ਇੱਕ ਫੋਟੋਗ੍ਰਾਫਰ ਹੈ, ਮੇਰਾ ਬੱਚਾ ਇੱਕ ਫੈਸ਼ਨ ਡਿਜ਼ਾਈਨਰ ਹੈ, ਮੇਰਾ ਬੱਚਾ ਜਿਹੜਾ ਹੈ ਉਹ ਐਂਟਰਪ੍ਰੈਨਿਓਰ ਬਣਨਾ ਚਾਹੁੰਦਾ ਹੈ, ਉਹ ਸਟਾਰਟਅਪ ਖੋਲ੍ਹਣਾ ਚਾਹੁੰਦਾ ਹੈ, ਉਹ ਕੁਝ ਹੋਰ ਕਰਨਾ ਚਾਹੁੰਦਾ। ਗੋਨ ਆਰ ਦਾ ਟਾਈਮਸ। ਬੱਚੇ ਦੀ ਸੋਚ ਦੀ, ਬੱਚੇ ਦੀ ਲਾਈਕਿੰਗ ਨੂੰ ਅਹਿਮੀਅਤ ਜ਼ਰੂਰ ਦਿਓ, ਲੇਕਿਨ ਐਜ਼ ਅ ਪੇਰੈਂਟ ਤੁਹਾਡਾ ਫਰਜ਼ ਇਹ ਵੀ ਹੈ ਕਿ ਡੋਂਟ ਫੋਲੋ ਵਾਟ ਦ ਚਾਈਲਡ ਵਾਂਟਸ ਟੂ ਡੂ ਇਨ ਲਾਈਫ ਬਲਾਈਂਡਲੀ। ਤੁਹਾਡਾ ਰੋਲ ਇੱਥੇ ਸਿੰਥੇਸਿਸ ਕਰਨ ਵਾਲੇ ਦਾ ਹੈ, ਐਨਾਲਿਸਿਸ ਕਰਕੇ ਦੱਸਣ ਵਾਲੇ ਦਾ ਹੈ, ਕਿਉਂਕਿ ਬੱਚਾ ਫਿਰ ਵੀ ਬੱਚਾ ਹੈ। ਤੁਹਾਡੇ ਕੋਲ ਇੱਕ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਜੋ ਕੁਝ ਵੀ ਤੁਹਾਡਾ ਬੱਚਾ ਕਹਿੰਦਾ ਹੈ ਤੁਸੀਂ ਉਹਨੂੰ ਐਨਾਲਾਈਜ਼ ਜ਼ਰੂਰ ਕਰੋ, ਉਹਦੇ ਪਲੱਸ ਮਾਈਨਸ ਉਹਦੇ ਸਾਹਮਣੇ ਜ਼ਰੂਰ ਰੱਖੋ, ਉਹਦੇ ਨਾਲ ਡਿਸਕਸ ਜ਼ਰੂਰ ਕਰੋ, ਐਂਡ ਦੈਨ ਜਿਹੜੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਬੈਟਰ ਲੱਗਦੀ ਹੈ ਉਹ ਜ਼ਰੂਰ ਬੱਚੇ ਨੂੰ ਕਰਨ ਦੀ ਇਜਾਜ਼ਤ ਦਿਓ। ਦੂਸਰੀ ਟਰਮ ਤੁਸੀਂ ਯੂਜ਼ ਕੀਤੀ, ਪੀਅਰ ਪ੍ਰੈਸ਼ਰ। ਬੱਚਿਆਂ ਨੂੰ ਮੇਰਾ ਇਹ ਸੁਨੇਹਾ ਹੈ ਕਿ ਬੱਚੇ, ਦੋਸਤੀ ਜਿਹੜੀ ਹੈ ਉਹ ਆਪਣੀ ਜਗ੍ਹਾ ਹੈ, ਦੋਸਤ ਮਿੱਤਰ ਬਹੁਤ ਅੱਛੀ ਤੁਹਾਨੂੰ ਗਾਈਡੈਂਸ ਦੇਣਗੇ, ਲੇਕਿਨ ਹਰ ਬੱਚੇ ਦੀ ਆਪਣੀ ਇੰਡੀਵਿਜੂਅਲ ਕੈਪੇਬਿਲਿਟੀ ਹੈ। ਹੋ ਸਕਦਾ ਹੈ ਕਿ ਮੇਰੇ ਲਈ 1000 ਕਦਮ ਰੋਜ਼ ਤੁਰਨਾ ਵੀ ਔਖਾ ਹੋਏ, ਵੇਅਰ ਐਜ਼ ਕਿ ਮੇਰੇ ਨਾਲ ਪ੍ਰਤਿਸ਼ਠਾ ਹੈ, ਉਹਦਾ ਰੋਜ਼ ਦਾ ਟਾਰਗੇਟ ਹੀ 10,000 ਕਦਮ ਦਾ ਹੋਏ। ਸੋ ਅਸੀਂ ਆਪਣੀ ਉਸ ਕਾਬਲੀਅਤ ਨੂੰ, ਅਸੀਂ ਆਪਣੀ ਉਸ ਐਬਿਲਿਟੀ ਨੂੰ, ਅਸੀਂ ਆਪਣੀ ਉਸ ਸੋਚ ਨੂੰ ਜ਼ਰੂਰ ਮੱਦੇਨਜ਼ਰ ਰੱਖੀਏ ਜਦੋਂ ਅਸੀਂ ਕੋਈ ਵੀ ਡਿਸੀਜਨ ਲੈਣਾ ਹੈ। ਸੋ ਪੀਅਰ ਪ੍ਰੈਸ਼ਰ ਦੇ ਅੰਡਰ ਕਦੀ ਨਾ ਆਓ ਕਿ ਮੇਰੇ ਦੋਸਤ ਨੇ ਇਹ ਕੀਤਾ ਤੇ ਮੈਂ ਇਹ ਕਰ ਰਿਹਾ ਹਾਂ। ਮੈਡਮ, ਜਿੱਦਾਂ ਤੁਸੀਂ ਵੋਕੇਸ਼ਨਲ ਕੋਰਸਿਸ ਬਾਰੇ ਗੱਲ ਕਰ ਰਹੇ ਸੀ, ਇਹ +2 ਦੇ ਵਿੱਚ ਕਿਸੇ ਵੀ ਸਟਰੀਮ ਵਾਲਾ ਬੱਚਾ ਇਸ ਵੋਕੇਸ਼ਨਲ ਕੋਰਸਿਸ ਦੇ ਵਿੱਚ ਆ ਸਕਦਾ ਹੈ ਜਾਂ ਇਹਦੇ ਵਾਸਤੇ ਵੀ +1 +2 ਦੇ ਸਬਜੈਕਟਸ ਮੈਟਰ ਕਰਦੇ ਆ?
ਨਹੀਂ, ਇਸ ਤਰ੍ਹਾਂ ਹੈ, ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਜਿਹੜੇ ਬੱਚੇ ਨੇ +2 ਕਾਮਰਸ ਕੀਤਾ ਹੈ, ਉਹ ਜਦੋਂ ਬੀ ਵੋਕੇਸ਼ਨਲ ਦੇ ਕੋਰਸਿਸ ਲਏ ਤਾਂ ਉਹ ਕਾਮਰਸ ਵਾਲੀ ਸਟਰੀਮ 'ਚ ਜਾਏ। ਹਾਲਾਂਕਿ ਇਹਦੇ ਵਿੱਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਜਿਹੜੀ 45% ਜਾਂ 50% ਮਾਰਕਸ ਦੀ ਐਲੀਜੀਬਿਲਿਟੀ ਹੈ, ਉਹੀ ਕ੍ਰਾਈਟੀਰੀਆ ਇਹਦੇ ਉੱਤੇ ਲਾਗੂ ਹੁੰਦਾ ਹੈ। ਲੇਕਿਨ ਆਮ ਤੌਰ 'ਤੇ ਅਸੀਂ ਇਹ ਸੋਚਦੇ ਹਾਂ ਕਿ ਉਹ ਬੱਚਾ ਜਿਹਨੂੰ ਮੰਨ ਲਓ +2 ਦੇ ਵਿੱਚ ਥੋੜ੍ਹੀ ਜਿਹੀ ਕਾਮਰਸ ਦੀ ਨੌਲੇਜ ਹੋਏਗੀ, ਕੱਲ੍ਹ ਨੂੰ ਜੇ ਉਹਨੇ ਬੀ ਵੋਕ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ 'ਚ ਜਾਣਾ ਹੈ ਤੇ ਉਹ ਉਹਦੇ 'ਚ ਬੈਟਰ ਪਰਫਾਰਮ ਕਰ ਸਕੇ। ਈ-ਕਾਮ ਜਾਂ ਮਾਰਕੀਟਿੰਗ ਵਾਸਤੇ ਵੀ ਉਹ ਕਰ ਉਹਦੇ ਸਕਦੇ। ਵਾਸਤੇ ਹੋ ਜਾ ਸਕੇਗਾ। ਅਦਰਵਾਈਜ਼ 45 ਔਰ 50% ਦੀ ਐਲੀਜੀਬਿਲਿਟੀ ਤੋਂ ਇਲਾਵਾ ਇਹਦੇ 'ਚ ਕੋਈ ਇਹੋ ਜਿਹਾ ਕ੍ਰਾਈਟੀਰੀਆ ਨਹੀਂ ਹੈ। ਇੱਕ ਗੱਲ ਮੈਂ ਹੋਰ ਇੱਥੇ ਕਹਾਂਗੀ ਕਿ ਜਿਹੜੇ ਕਮਿਊਨਿਟੀ ਕਾਲਜ ਪ੍ਰੋਗਰਾਮਸ ਹੈ, ਉਹ +2 ਤੋਂ ਬਾਅਦ ਦੇ ਪ੍ਰੋਗਰਾਮਸ ਹੈ, ਗਵਰਨਮੈਂਟ ਆਫ ਇੰਡੀਆ ਦੇ ਰੈਕਗਨਾਈਜ਼ਡ ਪ੍ਰੋਗਰਾਮਸ ਹੈ, 6-6 ਮਹੀਨੇ ਦੇ ਪ੍ਰੋਗਰਾਮਸ ਹੈ, ਜਿਹਦੇ ਵਿੱਚ ਤੁਹਾਨੂੰ ਸਰਟੀਫਿਕੇਟਸ ਮਿਲਣਗੇ। ਜੇ ਤੁਸੀਂ 6 ਮਹੀਨੇ ਦਾ ਪ੍ਰੋਗਰਾਮ ਕਰ ਲੈਂਦੇ ਹੋ ਤਾਂ ਤੁਹਾਨੂੰ ਮਿਲੇਗਾ ਸਰਟੀਫਿਕੇਟ ਕੋਰਸ ਇਨ ਫੈਸ਼ਨ ਡਿਜ਼ਾਈਨਿੰਗ। ਸਾਲ ਦਾ ਕਰ ਲੈਂਦੇ ਹੋ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ, 2 ਸਾਲ ਦਾ ਕਰ ਲੈਂਦੇ ਹੋ ਐਡਵਾਂਸਡ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ, ਔਰ 3 ਸਾਲ ਦਾ ਕਰ ਲੈਂਦੇ ਹੋ ਤੇ ਇਟ ਵਿਲ ਬੀ ਡਿਗਰੀ ਇਨ ਫੈਸ਼ਨ ਡਿਜ਼ਾਈਨਿੰਗ। ਸੋ ਉਹ ਇਹ ਤੁਸੀਂ ਗੈਪ ਨਾਲ ਵੀ ਕਰ ਸਕਦੇ ਹੋ। 6 ਮਹੀਨੇ ਦਾ ਤੁਸੀਂ ਕਰ ਲਿਆ, ਤੁਸੀਂ ਫਿਰ 6 ਮਹੀਨੇ ਗੈਪ ਦੇਣਾ ਚਾਹੁੰਦੇ ਹੋ, ਤੁਸੀਂ ਉਹਦੇ 'ਚ ਐਗਜ਼ਿਟ ਕਰ ਸਕਦੇ ਹੋ, ਦੁਬਾਰਾ 6 ਮਹੀਨੇ ਬਾਅਦ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਮੈਮ ਇਹ ਜਿਹੜੇ ਕੋਰਸਿਸ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਟ੍ਰੈਡੀਸ਼ਨਲ ਕੋਰਸਿਸ ਦੇ ਨਾਲ ਵੀ ਕੀਤੇ ਜਾ ਸਕਦੇ ਆ? ਟ੍ਰੈਡੀਸ਼ਨਲ ਕੋਰਸਿਸ ਦੇ ਨਾਲ ਐਡ ਔਨ ਕੋਰਸਿਸ ਕੀਤੇ ਜਾ ਸਕਦੇ ਆ। ਕਿਉਂਕਿ ਉਹਦੇ ਵਿੱਚ ਤੁਹਾਨੂੰ ਗ੍ਰੈਜੂਏਸ਼ਨ ਦਾ ਇੱਕ ਸਰਟੀਫਿਕੇਟ ਮਿਲ ਰਿਹਾ, ਜਿਹੜੀ ਤੁਸੀਂ BA ਕਰ ਰਹੇ ਹੋ। ਲੈਟ ਅਸ ਸੇ ਕਿ ਤੁਸੀਂ BA ਕਰ ਰਹੇ ਹੋ, BA ਦੇ ਵਿੱਚ ਤੁਹਾਡੇ ਕੋਲ 3 ਸਬਜੈਕਟ ਹੈ, ਇਲੈਕਟਿਵ ਇੰਗਲਿਸ਼ ਹੈ, ਇਕਨੋਮਿਕਸ ਹੈ, ਸੋਸ਼ੀਓਲੋਜੀ ਹੈ, ਲੇਕਿਨ ਤੁਹਾਡਾ ਰੁਝਾਨ ਕਿਤੇ ਨਾ ਕਿਤੇ ਫੈਸ਼ਨ ਡਿਜ਼ਾਈਨ ਵੱਲ ਵੀ ਹੈ। ਤੁਸੀਂ ਉਹਦੇ ਨਾਲ ਇੱਕ ਐਡ ਔਨ ਕੋਰਸ ਫੈਸ਼ਨ ਡਿਜ਼ਾਈਨਿੰਗ ਦਾ ਕਰ ਸਕਦੇ ਹੋ। ਜਦੋਂ ਤੁਸੀਂ ਉਹ ਕੋਰਸ ਪਾਸ ਕਰ ਲੋਗੇ, ਤੁਹਾਨੂੰ ਇੱਕ ਐਡੀਸ਼ਨਲ ਸਰਟੀਫਿਕੇਟ ਮਿਲ ਜਾਏਗਾ, ਦੈਟ ਇਜ਼ ਸਰਟੀਫਿਕੇਟ ਕੋਰਸ ਇਨ ਫੈਸ਼ਨ ਡਿਜ਼ਾਈਨਿੰਗ। ਤੁਸੀਂ BA ਕਰਦੇ ਕਰਦੇ ਨਾਲ ਕੋਈ ਫੋਰਨ ਲੈਂਗੁਏਜ ਸਿੱਖਣਾ ਚਾਹੁੰਦੇ ਹੋ, ਤੁਸੀਂ ਫ੍ਰੈਂਚ ਆਪਟ ਕਰ ਲਓ, ਤੁਸੀਂ ਰਸ਼ੀਅਨ ਲੈਂਗੁਏਜ ਆਪਟ ਕਰ ਲਓ। ਜਦੋਂ ਤੁਸੀਂ ਉਹ ਕੰਪਲੀਟ ਕਰੋਗੇ, ਤੁਹਾਨੂੰ ਇੱਕ ਐਡੀਸ਼ਨਲ ਸਰਟੀਫਿਕੇਟ ਮਿਲ ਜਾਏਗਾ, ਸਰਟੀਫਿਕੇਟ ਕੋਰਸ ਇਨ ਫ੍ਰੈਂਚ। ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਅਜੇ ਸਰੀਨ ਨੇ। ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸਟੂਡੀਓਜ਼ 'ਚ ਆਉਣ ਲਈ, ਆਪਣਾ ਕੀਮਤੀ ਸਮੇਂ ਸਾਨੂੰ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਪ੍ਰਤਿਸ਼ਠਾ, ਮੈਨੂੰ ਵੀ ਇੱਥੇ ਆ ਕੇ ਬਹੁਤ ਬਹੁਤ ਅੱਛਾ ਲੱਗਿਆ।